ਡੀਅਰ ਸਟੂਡੈਂਟਸ, ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਲੈਕਚਰ ਵਿੱਚ ਅਸੀਂ ਇਨਵਰਸ ਟ੍ਰਿਗੋਨੋਮੈਟ੍ਰਿਕ ਫੰਕਸ਼ਨ ਨਾਲ ਰਿਲੇਟਡ 30 ਮੋਸਟ ਐਕਸਪੈਕਟਡ MCQs ਡਿਸਕਸ ਕਰਾਂਗੇ। ਇਹ ਜਾਂ ਇਹੋ ਜਿਹੇ ਹੀ ਕੁਐਸਚਨ ਫਾਈਨਲ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਆ। ਚਲੋ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾ ਕੁਐਸਚਨ ਹੈ ਸਾਨੂੰ ਜੋ ਦਿੱਤਾ ਹੋਇਆ, ਇੱਕ ਉਹਦੇ ਵਿੱਚ ਇੱਕ ਫੰਕਸ਼ਨ ਦਿੱਤਾ cos ਇਨਵਰਸ x ਦਾ। ਸੋ ਸਾਨੂੰ ਉਹਨੇ ਡਾਇਰੈਕਟਲੀ ਪੁੱਛਿਆ ਵੀ y ਦੀ ਵੈਲਿਊ ਕਿਹੜੇ ਇੰਟਰਵਲ ਦੇ ਵਿੱਚ ਬਿਲੋਂਗ ਕਰਦੀ ਹੈ। ਸੋ y ਬੇਸਿਕਲੀ ਜਦੋਂ ਕੋਈ ਫੰਕਸ਼ਨ ਦਿੱਤਾ ਹੁੰਦਾ y ਬਿਲੋਂਗ ਕਰਦਾ ਹੁੰਦਾ ਕਿਸੇ ਫੰਕਸ਼ਨ ਦੀ ਰੇਂਜ ਨਾਲ, ਅਤੇ x ਜਿਹੜਾ ਬਿਲੋਂਗ ਕਰਦਾ ਹੁੰਦਾ ਡੋਮੇਨ ਨਾਲ। ਸੋ ਜਿਹੜਾ cos ਇਨਵਰਸ x ਹੈ, ਅਸੀਂ ਲਾਸਟ ਲੈਕਚਰ 'ਚ ਕੀਤਾ ਸੀ, ਜਿਹੜੀ ਇਹਦੀ ਡੋਮੇਨ ਹੈਗੀ ਹੈ that is -1 to 1 and what's its range 0 to π। ਸੋ ਜਿਹੜੀ ਆਪਸ਼ਨ ਹੈਗੀ ਹੈ ਸਾਡੀ, ਤਾਂ y ਬਿਲੋਂਗ ਕਰੂਗਾ ਜਾਂ ਫੁੱਲ ਫਲੇਜ ਕਿਹਦੇ ਵਿੱਚ ਚਲਾ ਜਾਏਗਾ, ਉਹ ਇਹਦਾ ਜਿਹੜਾ ਕਰੈਕਟ ਆਂਸਰ ਹੈ ਦੈਟ ਇਜ਼ C। ਇਸੇ ਤਰ੍ਹਾਂ ਨਾਲ ਸੈਕਿੰਡ ਕੁਐਸਚਨ ਦੇ ਵਿੱਚ ਉਹਨੇ ਡਾਇਰੈਕਟ ਡੋਮੇਨ ਪੁੱਛੀ ਹੈ। tan ਇਨਵਰਸ x ਦੀ ਜਿਹੜੀ ਡੋਮੇਨ ਹੁੰਦੀ ਹੈ ਦੈਟ ਇਜ਼ ਸੈਟ ਆਫ ਰੀਅਲ ਨੰਬਰਸ and of course ਇਸ range is -π/2 to π/2 ਓਪਨ ਇੰਟਰਵਲ ਹੁੰਦੀ ਹੈ ਜੀ। ਸੋ ਜਿਹੜਾ ਇਹਦਾ ਆਨਸਰ ਹੈ, ਸੋ ਸਾਡੀ ਆਪਸ਼ਨ ਕੀ ਹੋਗੀ ਇਸ ਦੇ ਵਿੱਚ D। ਸੋ ਬੇਟਾ ਮੈਂ ਸੁਜੈਸਟ ਕਰੂੰਗਾ ਤੁਹਾਨੂੰ ਵੀ ਤੁਹਾਡੇ ਕੋਲ 6 ਟ੍ਰਿਗੋਨੋਮੈਟ੍ਰਿਕ ਫੰਕਸ਼ਨਸ ਨੇ, ਤਾਂ 6 ਦੇ 6 ਦੇ ਹੀ ਤੁਸੀਂ ਡੋਮੇਨ ਅਤੇ ਉਹਨਾਂ ਦੀ ਜਿਹੜੀ ਰੇਂਜ ਹੈ ਯਾਦ ਕਰ ਲਓ। ਡੈਫੀਨੇਟਲੀ ਇੱਕ ਕੁਐਸਚਨ ਉਹਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲਣਾ। ਸੋ ਥੋੜ੍ਹਾ ਜਿਹਾ ਨੈਕਸਟ ਕੁਐਸਚਨ ਥੋੜ੍ਹਾ ਟ੍ਰਿਕੀ ਹੈ। ਸੋ ਕਿਹਦੇ ਵਿੱਚ ਉਹ ਡਿਫਾਈਨ ਨਹੀਂ ਹੈਗਾ ਗਾ। ਸੋ ਸਾਈਨ ਇਨਵਰਸ x ਬੇਸਿਕਲੀ ਉਹਦੀ ਡੋਮੇਨ ਦੀ ਗੱਲ ਕਰ ਰਿਹਾ, ਅਤੇ ਡੋਮੇਨ ਅਸੀਂ ਦੇਖੋ ਉਹਦੀ ਆਹ 0 ਹੈ -1 to 1। ਸੋ ਉਹਨੇ ਕੁਐਸਚਨ ਪੁੱਛਿਆ ਹੈ ਵੀ ਜਿਹੜਾ ਸਾਈਨ ਇਨਵਰਸ x ਹੈ ਕਿਹੜੇ ਇੰਟਰਵਲ ਵਿੱਚ ਡਿਫਾਈਨ ਨਹੀਂ ਹੋਏਗਾ। ਸੋ -1 to 1 ਦੇ ਵਿਚਕਾਰ ਉਹ ਡਿਫਾਈਨ ਹੁੰਦਾ ਹੈ, ਇਹਦੇ ਵਿੱਚ ਕੋਈ ਦਿੱਕਤ ਨਹੀਂ। ਪਰ ਅਗਰ ਕੋਈ ਅਸੀਂ ਵੈਲਿਊ -1 to 0 ਦੇ ਵਿਚਕਾਰ ਵੀ ਲੈ ਲਾਂਗੇ, ਫਿਰ ਕਿਹੜਾ ਫੰਕਸ਼ਨ ਆ ਡਿਫਾਈਨ ਹੋ ਜਾਊਗਾ? ਬਿਲਕੁਲ ਹੋਊਗਾ ਡਿਫਾਈਨ, ਇਹਦੇ 'ਤੇ ਵੀ ਹੋਣਾ ਅਤੇ ਇਹਦੇ 'ਤੇ ਵੀ ਹੋਣਾ। ਬਟ ਅਗਰ ਅਸੀਂ -1 to 1 ਦੇ ਬਾਹਰ ਚਲੇ ਜਾਵਾਂਗੇ, ਜਿਵੇਂ ਤੁਹਾਨੂੰ ਕੱਲ੍ਹ ਦੱਸਿਆ ਸੀਗਾ, ਫਿਰ ਫੰਕਸ਼ਨ ਕੀ ਜਿਹੜਾ ਸਾਡਾ ਵਰਟੀਕਲ ਲਾਈਨ ਟੈਸਟ ਵਾਲਾ ਵੈਲ ਡਿਫਾਈਨ ਨਹੀਂ ਰਹਿੰਦਾ ਹੈਗਾ। ਸੋ ਸਾਡਾ ਉਹਦੀ ਜਿਹੜਾ ਕਰੈਕਟ ਆਨਸਰ ਆ ਗਿਆ ਦੈਟ ਇਜ਼ D, ਸੈਟ ਆਫ ਰੀਅਲ ਨੰਬਰਸ। ਉਸ ਤੋਂ ਬਾਅਦ ਆਇਡੈਂਟੀਫਾਈ ਦਾ ਗ੍ਰਾਫ, ਇਹਦੇ ਨਾਲ ਵੀ ਰਿਲੇਟਡ ਤੁਹਾਨੂੰ ਬੇਟਾ ਕੁਐਸਚਨ ਪੁੱਟ ਕਰ ਸਕਦਾ ਐਗਜ਼ਾਮੀਨਰ। ਤੁਹਾਨੂੰ 6 ਦੇ 6 ਦੇ ਗ੍ਰਾਫ ਟ੍ਰਿਗੋਨੋਮੈਟ੍ਰਿਕ ਫੰਕਸ਼ਨ ਦੇ ਗ੍ਰਾਫ ਹੈ ਬੇਟਾ, ਤੁਹਾਨੂੰ ਉਹ ਯਾਦ ਕਰਨੇ ਪੈਣਗੇ। ਤਾਂ ਜਿਹੜਾ ਇਹਦੇ ਵਿੱਚ ਸਾਡਾ ਇਹ ਵਾਲਾ ਕੁਐਸਚਨ ਹੈ, ਉਹਦੇ 'ਚ ਕੋਈ ਗ੍ਰਾਫ ਸਾਨੂੰ ਦਿੱਤਾ, ਤਾਂ ਸਾਨੂੰ ਆਇਡੈਂਟੀਫਾਈ ਕਰਨ ਨੂੰ ਕਿਹਾ। ਸੋ ਹੋਪਫੁਲੀ ਤੁਸੀਂ ਆਇਡੈਂਟੀਫਾਈ ਕਰ ਗਏ ਹੋਵੋਗੇ। ਇਹ tan ਇਨਵਰਸ x ਦਾ ਗ੍ਰਾਫ ਹੈ। ਲਾਸਟ ਲੈਕਚਰ ਦੇ ਵਿੱਚ ਜਾਂ ਤੁਹਾਡੀ NCERT ਦੀ ਬੁੱਕ ਦੇ ਵਿੱਚ 6 ਦੇ 6 ਗ੍ਰਾਫ ਦਿੱਤੇ ਹੋਏ ਆ, ਉਹਨਾਂ ਨੂੰ ਬੇਟਾ ਦੇਖ ਕੇ ਲਰਨ ਕਰ ਲਓ, ਦੈਟ ਵਿਲ ਬੀ ਬੈਟਰ ਫॉर ਯੂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇ ਵਿੱਚ ਉਹਨੇ ਫਿਰ ਸਾਡੇ ਕੋਲੋਂ ਕੋਸੀਕੈਂਟ ਇਨਵਰਸ x ਦੀ ਪ੍ਰਿੰਸੀਪਲ ਵੈਲਿਊ ਬ੍ਰਾਂਚ ਪੁੱਛੀ ਹੈ। ਸੋ ਜੇ ਤੁਸੀਂ ਉਹ ਟੇਬਲ ਯਾਦ ਕਰ ਲਿਆ ਸੀ ਤਾਂ ਯੋਰ ਆਨਸਰ ਇਜ਼ ਦਿਸ ਵਨ, B ਇਸ ਦਾ ਆਨਸਰ ਹੈਗਾ ਸੀ। ਉਸ ਤੋਂ ਬਾਅਦ ਇਹਦੀਆਂ ਪ੍ਰਿੰਸੀਪਲ ਵੈਲਿਊ ਪੁੱਛੀ ਹੋਈਆਂ ਨੇ ਕੁਐਸਚਨ ਦੀ। ਤਾਂ ਮੈਨੂੰ ਐਂ ਦੱਸੋ ਪਹਿਲਾਂ ਵੀ ਜਿਹੜੀ 1/2 ਵੈਲਿਊ ਸਾਈਨ ਦੀ ਕਿਹੜੇ ਐਂਗਲ 'ਤੇ ਹੁੰਦੀ ਹੈ? ਸੋ ਤੁਹਾਨੂੰ ਯਾਦ ਹੋਣਾ ਦੈਟ ਇਜ਼ π/6। ਸੋ ਤੁਸੀਂ ਇਹਨੂੰ ਇੱਦਾਂ ਕਰੋ, -1/2 -π/6। ਸੋ -1/2 that is sin inverse -1/2 is equal to -π/6। ਐਕਚੁਅਲੀ ਮੈਂ ਦੱਸਿਆ ਸੀ ਇਹਦੀ ਉਹਦੇ ਵਿੱਚ ਆਉਣਾ ਚਾਹੀਦਾ ਹੁੰਦਾ ਪ੍ਰਿੰਸੀਪਲ ਬ੍ਰਾਂਚ ਰੇਂਜ ਦੇ ਵਿੱਚ, ਤਾਂ ਉਹਦੀ ਕਿੰਨੀ ਹੁੰਦੀ, ਉਹ -π/2 π ਹੁੰਦੀ ਹੈ। ਸੋ ਜੇ ਉਹਨੂੰ ਨੰਬਰਾਂ 'ਚ ਕਨਵਰਟ ਕਰਕੇ ਦੇਖਣਾ ਤਾਂ π/6 ਮੀਨਸ 30 ਡਿਗਰੀ। ਸੋ -30 ਡਿਗਰੀ ਤਾਂ ਸਾਡੀ ਵੈਲਿਊਜ਼ ਕਿੱਥੋਂ ਤੱਕ ਹੁੰਦੀਆਂ? -90 to
90 ਸੋ -30 ਇੱਥੇ ਕਿਤੇ ਪਿਆ। ਸੋ ਇਹਦਾ ਆਨਸਰ ਕੀ ਆ ਗਿਆ, ਦਿਸ ਵਨ ਅਸੀਂ ਲੈ ਸਕਦੇ ਹਾਂ। ਉਸ ਤੋਂ ਬਾਅਦ ਸੋ ਨੈਕਸਟ ਕੁਐਸਚਨ ਦੇ ਵਿੱਚ ਸੀਕੈਂਟ ਇਨਵਰਸ √3 ਤੁਹਾਨੂੰ ਦੱਸਿਆ ਸੀ, ਇਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ। ਇਹ ਕੋਸ ਦੇ ਵਿੱਚ ਹੋ ਗਿਆ √3/2। ਤਾਂ ਜੇ ਤੁਸੀਂ ਉਹ ਟੇਬਲ ਯਾਦ ਕੀਤਾ ਹੋਵੇ ਤਾਂ ਤੁਹਾਨੂੰ ਯਾਦ ਹੋਣਾ cos π/6 √3/2 ਹੁੰਦਾ। ਸੋ π/6 ਇਕੁਅਲ ਟੂ cos ਇਨਵਰਸ √3/2 ਵਿਚ ਇਜ਼ ਅਗੇਨ ਇਕੁਅਲ ਟੂ secant inverse 2/√3। so your answer is π/6। ਸੋ ਇਹ ਆਨਸਰ ਆ ਗਿਆ ਜੀ ਇਹਦਾ। ਲਓ ਜੀ ਫਿਰ ਗੱਲ ਉਹਨੇ ਤੁਹਾਡੀ ਨੈਕਸਟ ਕੁਐਸਚਨ ਦੇ ਵਿੱਚ ਡੋਮੇਨ ਰੇਂਜ ਦੀ ਗੱਲ ਪੁੱਛੀ ਹੈ ਤਾਂ ਡਾਇਰੈਕਟ ਇਹਦਾ ਕੋਈ ਪ੍ਰੋਬਲਮ ਨਹੀਂ। 8th ਆਨਸਰ ਕਿੰਨਾ ਹੋ ਗਿਆ ਤੁਹਾਡੇ ਕੋਲ, B ਆ ਗਿਆ। ਸੋ ਨੈਕਸਟ ਕੁਐਸਚਨ ਦੇ ਵਿੱਚ ਫਿਰ ਉਹੀ ਤੁਹਾਨੂੰ ਟੇਬਲ ਯਾਦ ਹੋਣੇ ਚਾਹੀਦੇ ਆ, ਜੇ ਨਹੀਂ ਹੋਣਗੇ ਤਾਂ ਪ੍ਰੋਬਲਮ ਆ ਜਾਊਗੀ। ਸੋ ਤੁਹਾਨੂੰ ਯਾਦ ਹੋਣਾ ਵੀ ਸਾਈਨ 60 ਡਿਗਰੀ π/3 √3/2 ਹੁੰਦਾ। cos 60 ਡਿਗਰੀ ਜਿਹੜਾ ਹੁੰਦਾ ਉਹ ਸਾਡੇ ਕੋਲ 1/2 ਹੁੰਦਾ। ਸੋ tan 60 ਡਿਗਰੀ that will be equal to √3। ਸੋ tan ਇਨਵਰਸ √3 ਦੀ ਵੈਲਿਊ ਤਾਂ ਤੁਹਾਡੇ ਕੋਲ ਆ ਗਈ π/3। ਨਾਓ ਵੀ ਵਿਲ ਟਰਾਈ ਟੂ ਫਾਈਂਡ ਦਾ ਵੈਲਿਊ ਆਫ ਸੀਕੈਂਟ। ਅੱਛਾ ਸੋ ਇਹਦੀ ਵੈਲਿਊ ਤਾਂ ਇੱਥੇ ਲਿਖ ਲੈਂਦੇ ਇੱਕ ਵਾਰ ਆਪਾਂ। ਸੋ ਇਹਦੀ ਵੈਲਿਊ ਕਿੰਨੀ ਆ ਗਈ ਸੀ, π/3। ਚਲੋ ਸੋ ਮੈਂ ਇਹਨੂੰ ਰੇਜ਼ ਕਰਦਾ ਇੱਕ ਵਾਰ। ਹਾਂਜੀ ਹੁਣ ਦੂਸਰੀ ਵੈਲਿਊ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। -2 ਸੋ ਇਹ ਬਣ ਗਿਆ cos ਇਨਵਰਸ -1/2। ਸੋ ਇਹਦਾ ਫਾਰਮੂਲਾ ਦੱਸਿਆ ਸੀ ਤੁਹਾਨੂੰ ਕਿਹੜਾ ਵਾਲਾ, ਦਿਸ ਵਨ -x ਕਿਹਦੇ ਕੋਲ ਹੁੰਦਾ, π cos ਇਨਵਰਸ x। ਸੋ π cos ਇਨਵਰਸ 1/2। ਸੋ ਉਹੀ ਟੇਬਲ ਦੇ ਅਕੋਰਡਿੰਗਲੀ ਫਿਰ ਇਹਦੀ ਵੈਲਿਊ ਕਿੰਨੀ ਹੋ ਗਈ, ਜੋ ਉੱਪਰ ਦੱਸ ਕੇ ਆਇਆ ਸੀ ਮੈਂ, π/3। ਸੋ ਇਹ ਕਿੰਨਾ ਹੋ ਗਿਆ ਬੇਟਾ, ਇਹ ਹੋ ਗਿਆ 2π/3। ਸੋ ਇਹਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲ, 2π/3। ਸੋ ਫਾਈਨਲ ਆਨਸਰ ਕਿੱਦਾਂ ਆਵੇਗਾ, ਫਾਈਨਲ ਆਨਸਰ ਦੋਵਾਂ ਦਾ ਡਿਫਰੈਂਸ ਲੈ ਕੇ ਆਵੇਗਾ। ਸੋ π/3 ਮਾਈਨਸ 2π/3 that is -π/3। so your correct answer is this one। ਹੋਪਫੁਲੀ ਤੁਸੀਂ ਕਰ ਰਹੇ ਹੋਵੋਗੇ। ਸੋ ਫਿਰ ਬੇਟਾ ਪ੍ਰੋਪਰਟੀ ਨਾਲ ਰਿਲੇਟਡ ਕੁਐਸਚਨ ਆ ਗਿਆ। ਅੱਛਾ ਜਦੋਂ ਤੁਸੀਂ ਇੱਦਾਂ ਦਾ ਨਾ ਇਕੁਅਲ ਇਹਦੀ ਆਪਸ਼ਨਾਂ 'ਤੇ ਵੀ ਬੜਾ ਡਿਪੈਂਡ ਕਰਦਾ। ਹੁਣ ਇਹਦੇ ਵਿੱਚ ਤੁਸੀਂ ਅਗਰ ਐਕਸ ਨੂੰ ਤੁਸੀਂ sin θ ਲੈ ਲਓਗੇ ਤਾਂ ਤੁਹਾਡੇ ਕੋਲ ਕੀ ਬਣ ਜਾਣਾ, sin ਇਨਵਰਸ 2 sin θ 1 - sin² θ रूट। ਸੋ sin ਇਨਵਰਸ 2 sin θ cos θ। ਸੋ ਬੇਟਾ ਇਹਦਾ ਫਾਰਮੂਲਾ ਕੀ ਸੀਗਾ, ਇਹਦਾ ਫਾਰਮੂਲਾ ਸੀਗਾ sin 2θ sin। ਸੋ ਤੁਹਾਡੇ ਕੋਲ 2θ ਦੀ ਵੈਲਿਊ ਬੈਕ ਕਰ ਦਿਓ ਬੇਟਾ, ਦੈਟ ਇਜ਼ sin ਇਨਵਰਸ x। ਸੋ ਇਹਦੇ ਅਕੋਰਡਿੰਗਲੀ ਆਨਸਰ ਆ ਵੀ ਆ ਗਿਆ। ਬਟ ਜੇ ਆਪਸ਼ਨਾਂ ਦੇ ਵਿੱਚ ਕਿਤੇ ਸਪੋਜ਼ ਕਰੋ ਵੀ ਇਹ ਨਾ ਦਿੱਤਾ ਹੁੰਦਾ ਤੇ ਇੱਕ ਇਹਦੀ ਜਗ੍ਹਾ 'ਤੇ ਕੀ ਦਿੱਤਾ ਹੁੰਦਾ 2 cos ਇਨਵਰਸ x, ਦੈਨ ਆਨਸਰ A ਵੀ ਕਰੈਕਟ ਹੋ ਜਾਣਾ ਸੀ। ਉਸ ਕੇਸ ਦੇ ਵਿੱਚ ਅਸੀਂ x ਨੂੰ ਕੀ ਲੈਣਾ ਹੁੰਦਾ ਸੀ, cos θ। ਸੋ ਮੁੱਕਦੀ ਗੱਲ ਵੀ ਜਿਹੜਾ ਇਹ ਵਾਲਾ ਰਿਲੇਸ਼ਨ ਹੈ ਇਹ 2 sin ਇਨਵਰਸ ਦੇ ਵੀ ਇਕੁਅਲ ਹੈਗਾ ਅਤੇ ਇਹਦੇ ਵੀ ਇਕੁਅਲ ਹੋਏਗਾ। ਸੋ ਆਪਸ਼ਨਾਂ 'ਤੇ ਡਿਪੈਂਡ ਕਰੂਗਾ ਇਹਦਾ ਆਨਸਰ ਤੁਹਾਡੇ ਕੋਲ ਕਿੰਨਾ ਬੇਟਾ ਆਉਂਦਾ। ਹਾਂਜੀ ਨੈਕਸਟ ਕੁਐਸਚਨ ਦਿਓ। ਸੋ ਕੀ ਸੀ ਫਾਰਮੂਲਾ, ਫਾਰਮੂਲਾ ਸੀ ਬੇਟਾ ਜੀ tan ਇਨਵਰਸ x + y 1 - xy। ਸੋ ਬੇਟਾ ਜੀ ਕੀ ਹੋ ਗਿਆ ਫਿਰ ਇਹ tan ਇਨਵਰਸ 1/2 + 2/11 1 - 2 and 2/11। ਸੋ ਕੀ ਹੋ ਗਿਆ ਬੇਟਾ ਜੀ, ਇਹਨੂੰ ਸਿੰਪਲੀਫਾਈ ਕਰੋ
हाँ जी, सो बेटा ये तुहाडे कोल हो गया 10 was 15 by 20, 10 was 3 by 4. So your answer is this one. B हो गया बेटा जी, ਸਿੰਪਲ ਕੈਲਕੂਲੇਸ਼ਨ ਸੀਗੀਆਂ। ਹਾਂ ਆ ਇੱਕ ਹੋਰ ਟਾਈਪ ਹੈਗੀ ਹੈ, ਤੁਹਾਨੂੰ ਇਹਦੇ ਵਿੱਚ ਨਾ ਕੀ ਕਰਨ ਨੂੰ ਕਹੇਗਾ ਐਗਜ਼ਾਮੀਨਰ, ਇਹਨੂੰ ਸਿੰਪਲੀਫਾਈ ਕਰਨ ਨੂੰ ਕਹੇਗਾ। ਸੋ ਯਾਦ ਰੱਖੋ ਜਦ ਕਿਤੇ ਵੀ ਸਿਚੁਏਸ਼ਨ ਇੱਦਾਂ ਦੀ ਹੋਵੇਗੀ ਨਾ 1 ਮਾਈਨਸ ਐਕਸ ਸਕੇਅਰ, ਤਾਂ ਐਕਸ ਨੂੰ ਅਸੀਂ ਫਿਰ ਕੋਸ ਥੀਟਾ ਜਾਂ ਸਾਈਨ ਥੀਟਾ ਅਕੋਰਡਿੰਗ ਟੂ ਦਾ ਸਿਚੁਏਸ਼ਨ, ਅਕੋਰਡਿੰਗ ਟੂ ਦਾ ਆਪਸ਼ਨਸ ਫਿਲ ਕਰਾਂਗੇ। ਤਾਂ ਜਦੋਂ ਤੁਹਾਡੇ ਕੋਲ ਸਿਚੁਏਸ਼ਨ ਇੱਦਾਂ ਦੀ ਹੁੰਦੀ ਹੈ ਐਕਸ ਸਕੇਅਰ ਮਾਈਨਸ 1, ਸੋ ਅਸੀਂ ਫਿਰ ਕੀ ਕਰਨਾ ਹੁੰਦਾ, ਉਦੋਂ ਸਾਡੇ ਕੋਲ ਐਕਸ ਨੂੰ ਅਸੀਂ ਫਿਰ ਸੀਕੜ ਥੀਟਾ ਜਾਂ ਫਿਰ ਕੋਸੀਕੜ ਥੀਟਾ ਅਕੋਰਡਿੰਗ ਟੂ ਦਾ ਸਿਚੁਏਸ਼ਨ, ਅਤੇ 1 ਪਲੱਸ ਐਕਸ ਸਕੇਅਰ ਹੋਵੇ ਤਾਂ ਐਕਸ ਨੂੰ ਟੈਨ ਥੀਟਾ ਜਾਂ ਫਿਰ ਕੋਟ ਥੀਟਾ, ਮਤਲਬ ਇੱਦਾਂ ਦੀ ਸਿਚੁਏਸ਼ਨ ਹੋਵੇ। ਸੋ ਇੱਥੇ ਕੋਟ ਹੈ ਅਤੇ ਅਸੀਂ ਇਹਨੂੰ ਐਕਸ ਨੂੰ ਸਪੋਜ਼ ਕਰੋ ਤੁਸੀਂ ਸੀਕੜ ਥੀਟਾ ਫਿਲ ਕਰ ਲਓਗੇ। ਸੋ एक्स स्क्र माइनस 1 मीन्स secant square theta minus 1 which is equal to tan square theta. So 1 by x square minus 1 रेसिप्रोकल ले लो बेटा, स्क्वायर रूट ले लो, that is cot theta. So ਤੁਹਾਡੇ ਕੋਲ ਕੀ ਹੋ ਗਿਆ, cot inverse 1 by x square minus 1 is equal to theta, which is theta is equal to secant inverse x. So your answer is C. ਸੋ ਇਹ ਥੋੜ੍ਹਾ ਤੁਹਾਨੂੰ ਧਿਆਨ ਦੇ ਕੇ ਕਰਨਾ ਪਊਗਾ। ਉਸ ਤੋਂ ਬਾਅਦ ਫਿਰ ਬਹੁਤ ਸੋਹਣਾ ਰਿਜ਼ਲਟ ਹੈ ਬੇਟਾ। ਕੱਲ੍ਹ ਕੀਤਾ ਸੀ, ਕੀ ਕੀਤਾ ਸੀ ਵੀ ਇਹ ਕਿਸ ਦੇ ਇਕੁਅਲ ਹੁੰਦਾ, ਦਿਸ ਇਜ਼ ਇਕੁਅਲ ਟੂ ਪਾਈ ਬਾਈ 2 ਐਂਡ cos 90 ਕਿੰਨਾ ਹੁੰਦਾ, cos 90 ਹੁੰਦਾ 0। ਸੋ ਯੂਰ ਆਨਸਰ ਇਜ਼ B। ਕਈ ਵੀ ਗੱਲ ਯਾਦ ਰੱਖਣਾ ਵੀ cos ਥੀਟਾ 0 ਕਦੋਂ ਹੁੰਦਾ, ਜਦ ਥੀਟਾ ਪਾਈ ਬਾਈ 2 ਦੇ ਔਡ ਮਲਟੀਪਲਸ ਹੋਣ, 5 ਪਾਈ ਬਾਈ 2 ਸੋ ਔਨ। ਹਾਂਜੀ ਆ ਗਈ ਫਿਰ ਉਹੀ ਸਿਚੁਏਸ਼ਨ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਇਹਦੇ ਇਹੋ ਜਿਹੇ ਕੁਐਸਚਨ ਦੇ ਵਿੱਚ ਐਕਸ ਨੂੰ ਕਿੰਨਾ ਫਿਲ ਕਰਨਾ, ਐਕਸ ਨੂੰ ਆਪਾਂ ਫਿਲ ਕਰਨਾ ਸੀਗਾ ਐਕਸ ਇਕੁਅਲ ਟੂ ਟੈਨ ਥੀਟਾ। ਸੋ ਦੇਖੋ 1 ਪਲੱਸ एक्स स्क्र रूट माइनस 1 बाई एक्स, एक ही बन गया बेटा जी 1 प्लस टेन स्क्र थीटा रूट माइनस 1 बाई टेन थीटा। 1 प्लस टेन स्क्र थीटा बेटा सीकड़ स्क्र थीटा होंगे, स्क्र रूट कैंसल हो गया। सो ये बन गया तुहाडे कोले सीकड़ थीटा माइनस 1 बाई टेन थीटा। सो उस तो बाद इनू साइन कॉस च कन्वर्ट कर लईदा हुंदा, सौखे रहीदा। ये बन जाएगा 1 माइनस कॉस थीटा, तो कॉस कॉस कैंसल हो जाएगा, नीचे की बन जाएगा साइन थीटा। सो 1 माइनस कॉस थीटा का फार्मूला होंदा बेटा जी 2 साइन स्केयर थीटा बाई 2 एंड साइन थीटा नूं तुसीं लिख सकते हो 2 साइन थीटा बाई 2 एंड कॉस थीटा बाई 2। 2 कैंसल हो गया बेटा जी, एक ही देखो हो गया टैन थीटा बाई 2। सो अल्टीमेटली ਤੁਹਾਡੇ ਕੋਲ ਜਿਹੜਾ ਰਿਲੇਸ਼ਨ ਸੀਗਾ ਇੱਧਰ ਲਿਆਓ, ਇੱਥੋਂ ਚੱਲੇ ਸੀ ਨਾ ਅਸੀਂ ਇਸ ਜਗ੍ਹਾ ਤੋਂ ਚੱਲੇ ਸੀ, ਇਸ ਜਗ੍ਹਾ ਤੋਂ। ਸੋ ਟੈਨ ਇਨਵਰਸ 1 ਪਲੱਸ ਐਕਸ ਸਕੁਏਅਰ ਰੂਟ ਮਾਈਨਸ 1 ਬਾਈ ਐਕਸ ਇਜ਼ ਇਕੁਅਲ ਟੂ 1 ਬਾਈ 2 ਐਂਡ ਥੀਟਾ। ਅਤੇ ਥੀਟਾ ਦੀ ਵੈਲੂ ਬੈਕ ਕਰ ਦਿਓ ਬੇਟਾ ਜੀ, ਉਹ ਸ਼ੁਰੂ 'ਚ ਪਈ ਹੈ, ਦੈਟ ਇਜ਼ tan inverse x। सो योर आंसर इज दिस। इंपॉर्टेंट क्वेश्चन है बेटा। हाँ जी फिर वही सिंपलीफाई वाली गल आ गई। 1 एक्चुअली फार्मूले किन्ने याद है बेटा, सारा उत्ते डिपेंड करूँगा। 1 प्लस कॉस एक्स 1 माइनस कॉस 2 साइन स्केयर एक्स बाई 2 2 कॉस स्केयर एक्स बाई 2। सो 2 कैंसिल हो गया, टेन स्केयर एक्स बाई 2। सो स्केयर रूट ले लो पुत्र, 1 माइनस कॉस एक्स 1 प्लस कॉस एक्स इज इक्वल टू
tan x by 2. So tan inverse 1 minus cos x 1 plus cos x root is equal to x by 2. So your answer is this one, very important. हाँ जी, फिर बहुत सोहना क्वेश्चन आ गया। सो इतों वैल्यूज़ फिल करते जाने नैक्सट अगे। फिर यदी वैल्यू ना साइन इनवर्स 1/2 की आप कितनी बारी कर चुके हैं हुण ताईं। सो ये सी tan इनवर्स 2 cos इंटू 2, यदी वैल्यू कितनी सी 1/2 की, ये सी π/6 मतलब 30 डिग्री। सो कैंसल आउट करता। सो tan इनवर्स 2 cos π/3। सो π/3 की वैल्यू कितनी सी, मतलब 60 डिग्री ते वो वैल्यू सी जी वो tan इनवर्स 2 इंटू 1/2, 2 कैंसल हो गया जी। सो हो गया tan इनवर्स 1 कि इक्वल होंगे जी ये π/4। तो बहुत इंपॉर्टेंट क्वेश्चन है जी, हो गया मोस्ट इंपॉर्टेंट क्वेश्चन। ये नाल देखो ने पाया जी सैंपल दे विच। हुण फिर ध्यान नाल देखो तो आ साइन 1 कदों होंदा 90 डिग्री ते, मतलब यदा मतलब आह वाली जिहड़ा एंगल आ इन्ना ये किहदे इक्वल हो गया, ये हो गया जी 90 डिग्री ते। कल सानू रिजल्ट करवाया सी आ ते आ कि होने चाहिए सेम। सो एक्स की वैल्यू कितनी आ गई 1/5। सो साइन इनवर्स एक्स प्लस कॉस इनवर्स एक्स इक्वल टू π/2, मतलब एंगल उन्होंने सेम होना चाहिए। सो यदा आंसर कितना आ गया दिस वन। क्वेश्चन नंबर 18 बहुत इंपॉर्टेंट क्वेश्चन है। हुण तुसीं ध्यान नाल देखो ये रिजल्ट किदों होल्ड करता, साइन इनवर्स एक्स साइन एक्स इज इक्वल टू एक्स इफ एक्स बिलोंग्स टू -π/2 एंड π/2, मतलब -90 to 90 के विचकार। सो वट अबाउट 2π/3। सो कितना होंगे कैलकुलेट करो इनू 60 120। सो बेटा जी ये बाहर चला गया उसकी रेंज के विचों। सो सानू इनू एडजस्ट करना पैना। सो एडजस्ट इनू किवें करांगे असीं, उदां ही जिवें पहलां करदे साइन पाई साडे कोल साइन थीटा इज इक्वल टू साइन पाई माइनस थीटा वाला रिलेशन ला के। सो किहदे इक्वल हो गया जी ये साइन इनवर्स साइन पाई माइनस 2π/3। सो की हो गया ये फिर साइन इनवर्स साइन कैंसल आउट कर दो π/3, हुण आ गया जी रेंज में ओहदी। सो आंसर इज π/3। सो दिस वन सी आंसर आ गया सी। हाँ जी, सो ये फिर उही प्रॉब्लम आनी है, सानू ये भी थोड़ी जी एडजस्टमेंट करनी पैनी है। क्वेश्चन नंबर 19 दे विच हाँ जी। सो ये चलो ये मैं तुहाडे ते छड्डदा, तुसीं जी एडजस्टमेंट करियो जी, तो मैं तुहानूं दस देना आंसर विल बी दिस। चलो नैक्सट क्वेश्चन आ जी, वैल्यू पूछिए जी, बहुत इंपॉर्टेंट है। टैन सो सब तो पहला तो ये देखो यदि एडजस्टमेंट करने वास्ते सानू ना ये दोनों टैन इन फॉर्म ऑफ टैन लैके आने पैने हैं। सो आप इदा करते हैं भी साइन इनवर्स 3/5 लिख लेने थीटा। सो साइन थीटा विल बी इक्वल टू 3/5। सो बेटा एक ट्रायंगल जी बना लो, राइट हैंड ट्रायंगल। सो आ साडा बेस हुंदा है, आ साडा परपेंडिकुलर हुंदा ते आ हाइपोटेन्यूज हुंदा। सो इहदा बेस है जिहड़ा this is 3 and this will be 5। तो by Pythagoras तुसीं करोगे 25 - 9 16 4 हो गया बेटा। सो व्हाट अबाउट tan थीटा इस ट्रायंगल के अकॉर्डिंगली। सो वो होएगा जी 3/4। सो साइन इनवर्स 3/5 विल बी इक्वल टू tan इनवर्स 3/4। सो बेटा जी आ वैल्यू मैं इतनी शॉर्टकट लिख लेना है tan इनवर्स 3/4 तो कॉट नूं रिवर्स कर लो tan इनवर्स
ये बन गया बेटा 2/3। सो हुण tan इनवर्स x प्लस tan इनवर्स y का फार्मूला ला दिए आपां, किहड़ा सी वो फार्मूला बेटा जी अपने कोल सी tan इनवर्स x प्लस tan इनवर्स y इज इक्वल टू tan इनवर्स x प्लस y 1 माइनस xy। सो ਇਹਦਾ फार्मूला ला दिए बेटा 3/4 प्लस 2/3 1 माइनस 3/4 इंटू 2/3। सो ये बेटा जी इनू कैलकुलेट करो, थोड़ा जहा तुसी करोगे तो दैन यू विल गेट 3 into 3 9 8 17/12 this। सो 12 कैंसल। सो ये की हो गया फिर थोड़े को सिचुएशन की बन गई tan इनवर्स 17/6। सो थोड़े को यही रह गया पीछे। सो योर आंसर इज दिस वन, फर्स्ट वन। सो नेक्स्ट क्वेश्चन इज 21st। सो इत्थे फिर प्रॉब्लम आ गई वही 7π/6 है जिहड़ा वो पाई दी रेंज विचों बाहर चला गया। सो ये असीं थोड़ा देखते हैं cos 7π/6 ਨੂੰ ਤੁਸੀਂ ਕਿੱਦਾਂ ਲਿਖ ਸਕਦੇ ਹੋ, ਤੁਸੀਂ ਲਿਖ ਸਕਦੇ ਹੋ cos π/6। सो दैट विल बी माइनस cos π/6। फिर हम थोड़ा एडजस्ट कर लो, cos π माइनस π/6 दैट विल बी cos 5/6। सो बेटा जी साढ़े कोल की हो गया cos इनवर्स cos 7π/6 इक्वल टू 5/6। ये ਉਹਦੀ रेंज में आ जाता पुत्र जी। सो आंसर इज दिस वन। ये नाल दे क्वेश्चन मैं तुहानूं पहलां भी कहा। लो जी क्वेश्चन नंबर 22, टोटल 30 क्वेश्चनस करने आपां इहदे नाल दे। सो sin π/3 तो आ माइनस इदा ही रह गया, यदी वैल्यू आप पहले भी कैलकुलेट करके आए हैं, दैट इज माइनस π/3 सॉरी π/6 सो sin π/3 प्लस π/6। सो sin π/2 60 3 90 एंड sin 90 डिग्री 1। वेरी इजी। क्वेश्चन नंबर 23। लो जी फिर फार्मूले चल रहे साढ़े। सो tan √3 ਨੂੰ इदा ही रहन दिओ इदा। तो ये फार्मूला cot माइनस पाई वाला लग गया। सो पाई माइनस cot इनवर्स √3। सो साढ़े कोल की बन गया जी ये tan इनवर्स √3 प्लस cot इनवर्स √3 माइनस पाई। आ बेटा फार्मूला होंगे π/2 माइनस पाई। सो दैट विल बी इक्वल टू माइनस π/2। सो दिस इज योर आंसर। लो जी आ क्वेश्चन इंपॉर्टेंट है, थोड़ा जिहा लेंथी है, पर तुसी कर सकते हो ईजली। तुसी की करना है सब तो पहला सॉरी तुसी ਇਹਦੇ ਤੇ प्लस वाला फार्मूला लाना, फिर ਇਹਦੇ ਤੇ ਲਾ लेना, उस तो बाद इनू इकट्ठे करके लावांगे। सो जो ਇਹਦੇ ਤੇ ਲਾਉਣੇ ਆ ਤਾਂ मैं ਤੁਹਾਨੂੰ डायरैक्ट फटाफट कैलकुलेशनस करके दस देना, तुसीं इनू वेरीफाई कर लियो।
सो ये तुहाडे कोले बन जाएगा जी 1/3 प्लस 1/5 1 माइनस 1/3 इंटू 1/5 प्लस tan इनवर्स 1/7 प्लस 1/8 and 1 minus 1/7 into 1/8 ਤੁਸੀਂ ਇਹਦੀਆਂ ਕੈਲਕੂਲੇਸ਼ਨਸ ਕਰੋਗੇ then you will get tan inverse of 4/7 plus tan inverse 3/11 ਹੁਣ ਫਿਰ ਦੁਬਾਰਾ ਫਾਰਮੂਲਾ ਲਾਓ ਜੀ tan inverse 4/7 plus 3/11 1 minus 4/7 3/11 सो की बन गया जी ये बन गया जी तुहाडे कोल इहनूं तुसीं कैलकुलेट करोगे तो ये बन गया जी 77 minus 12 दिस वन सो तुसीं होर करोगे जल्दी जल्दी 65/65 सो जी कैंसल आउट हो गए tan इनवर्स 1 1 कदों होंदा π/4 सो योर आंसर इज बी। क्वेश्चन नंबर 25 फिर वही गल जी आ वाला जो cos 0 कितना होंदा आ एंगल किस दे इक्वल होना चाहिए है ये एंगल होना चाहिए जी π/2 दे sin इनवर्स 2/5 प्लस cos इनवर्स x इक्वल टू π/2 तो जो ये π/2 होंगे तो अकॉर्डिंग टू द रिजल्ट दिस विल बी सेम सो x की वैल्यू कितनी हैगी 2/5। नैक्सट क्वेश्चन जी ये भी इंपॉर्टेंट है जी एक्सपैक्टेड है इदा का क्वेश्चन आ सकता है जी 3 tan इनवर्स x प्लस cot इनवर्स x इक्वल टू पाई सो तुसीं इहनूं लिख लो इनटू tan इनवर्स x एक किधर लिख लो tan इनवर्स x प्लस cot इनवर्स x इक्वल टू पाई बड़ा आपां कीता सी किस दे इक्वल हुंदा π/2 दे सो 2 tan इनवर्स x इक्वल टू पाई माइनस π/2 दैट विल बी इक्वल टू π/2 सो tan इनवर्स x इक्वल टू π/4 सो x इक्वल टू tan π/4 एंड tan π/4 इक्वल टू 1 सो x की वैल्यू कितनी आ गई दिस वन आंसर कितना आ गया तुहाडा डी क्वेश्चन नंबर सो क्वेश्चन नंबर 27 बेटा ਇਹਦਾ डायरेक्ट ही रिजल्ट हैगा दिस वन। क्वेश्चन नंबर 28 इंपॉर्टेंट है बेटा थोड़ा डिफरेंट टाइप का क्वेश्चन है सो ਇਹਦੇ ਵਿੱਚ ਕੀ ਹੈ ਸਾਡੇ ਕੋਲ ਸਾਨੂੰ ਪਤਾ x स्क्वायर माइनस साइन x प्लस 12 इज इक्वल टू साइन n पाई तो तुहानूं दस्सिया सी अगर साइन दे विच पाई दे मल्टीपल्स होंदा 0 होंदा सो एक और इक्वेशन बन गई ये फैक्टर बनाओगे दैट विल बी x माइनस 3 x माइनस 4 इज इक्वल टू 0 तो x दी वैल्यूज है 3 एंड 4 सो ऑप्शन दे विच किहड़ी हैगी 4 हैगी है सो योर आंसर इज बी। सो नैक्सट क्वेश्चन जी साइन इनवर्स x तुसीं इहनूं थीटा कह लो tan इनवर्स y इहनूं तुसीं थीटा कह लो सो x इज इक्वल टू साइन थीटा एंड y इज इक्वल टू tan थीटा सो 1/x स्क्वायर मीन्स 1/sin स्क्वायर थीटा एंड 1/y स्क्वायर मीन्स 1/tan स्क्वायर थीटा सो 1/x स्क्वायर माइनस 1/y स्क्वायर सो ये कितना सीगा कोसेकंड स्क्वायर थीटा माइनस cot स्क्वायर थीटा सो विच इज इक्वल टू 1। सो तुहाडा आंसर कितना आ गया जी ये ऑप्शन डी। लो जी नैक्सट क्वेश्चन तुसीं इहनूं वैसे जो क्वेश्चन नंबर 30 है क्लासिकल वे नाल भी कह सकते हो कोई कंडीशन नहीं दिती हुई तो इनू तुसीं वैल्यू फिल करके भी कर सकते हो तुसीं सपोज करो एक्स ते वाई नूं इक्वल लै लो
ਤਾਂ ਤੁਹਾਡੇ ਕੋਲ ਪਹਿਲੀ ਟਰਮ ਆ ਜਿਹੜੀ ਉਹ ਬਣ ਗਈ tan ਇਨਵਰਸ x/x 1 ਬਣ ਗਿਆ, ਤਾਂ ਉਹ tan ਇਨਵਰਸ 0 ਬਣ ਗਿਆ। ਸੋ 1 ਕਦੋਂ ਹੁੰਦਾ ਹੈ? π/4 'ਤੇ ਹੁੰਦਾ, 0 'ਤੇ ਹੁੰਦਾ। ਸੋ ਯੂਅਰ ਆਨਸਰ ਇਜ਼ π/4। ਤੁਸੀਂ ਇਹਨੂੰ ਕਲਾਸੀਕਲ ਵੇ ਨਾਲ ਵੀ ਕਰ ਸਕਦੇ ਹੋ। ਸੋ ਬੇਟਾ ਜੀ ਇਹ ਸੀਗੇ ਤੁਹਾਡੇ ਇੰਪੋਰਟੈਂਟ ਜਿਹੜੇ 30 ਕੁਐਸਚਨ ਸੀ। ਤੁਸੀਂ ਇਹਨਾਂ ਨੂੰ ਤਿਆਰ ਕਰ ਲਓਗੇ ਤਾਂ ਤੁਹਾਡਾ ਇਹ ਚੈਪਟਰ ਬਹੁਤ ਅੱਛੀ ਤਰ੍ਹਾਂ ਨਾਲ ਤਿਆਰ ਹੋ ਜਾਊਗਾ। ਤਾਂ ਪੋਸੀਬਲੀ ਉਮੀਦ ਆ ਵੀ ਇਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਤੁਹਾਨੂੰ ਵੀ ਫਾਈਨਲ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲੂਗਾ। ਅਤੇ ਤੁਸੀਂ ਵੀ ਅਗਰ ਤੁਹਾਨੂੰ ਵੀਡੀਓਜ਼ ਅੱਛੇ ਲੱਗ ਰਹੇ ਆ ਤਾਂ ਤੁਸੀਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ, ਸ਼ੇਅਰ ਕਰ ਲਓ। ਅਤੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਹੋਇਆ ਬੇਟਾ, ਉਹਨੂੰ ਉਸ ਚੈਨਲ ਨੂੰ ਦੇ ਵਿੱਚ ਐਡ ਹੋ ਜਾਓ, ਕਿਉਂਕਿ ਜਿਹੜੀ ਵੀ PDF ਜਾਂ ਇਹਦਾ ਲਿੰਕ ਆਊਗਾ ਨੈਕਸਟ ਵੀਡੀਓ ਦਾ ਉਹ ਉਹਦੇ ਵਿੱਚ ਆਊਗਾ, ਤਾਂ ਤੁਹਾਨੂੰ ਟਾਈਮ ਰਹਿੰਦਿਆਂ ਪਤਾ ਲੱਗ ਜਾਊਗਾ। ਸੋ ਬੇਟਾ ਥੈਂਕ ਯੂ ਫॉर ਵਾਚਿੰਗ। ਥੈਂਕ ਯੂ।